ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ। ਜਿਵੇਂ ਕਿ ਆਪਾਂ ਤੁਹਾਡੇ ਨਾਲ ਲਗਾਤਾਰ ਜਿਹੜੇ MCQs ਦੇ ਰੂਪ ਦੇ ਵਿੱਚ ਰਿਵੀਜ਼ਨ ਕਰਵਾ ਰਹੇ ਹਾਂ ਤੁਹਾਨੂੰ। ਇਹ ਤੋਂ ਪਹਿਲਾਂ ਆਪਾਂ ਪੋਲਿਟੀ ਦੀਆਂ 2-3 ਵੀਡੀਓ MCQs ਦੇ ਨਾਲ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਿਸਟਰੀ ਦੀ ਕਲਾਸ ਆ ਜਿਹੜੀ ਉਹ ਕਰਨੀ ਆ। ਤਾਂ ਇਹਦੇ 'ਚੋਂ ਆਪਾਂ ਕਿਸੇ ਸਟੇਟ ਐਗਜ਼ਾਮ ਦੇ ਵਿੱਚ ਜਿਹੜੇ ਆਏ ਹੋਏ ਕੁਐਸਚਨ ਨੇ, ਜਿਹੜੇ ਇੰਪੋਰਟੈਂਟ ਹੈਗੇ ਨੇ, ਠੀਕ ਆ। ਕੋਈ ਆਪਾਂ ਹੋਰ CD ਗਰੁੱਪ ਦਾ ਨਹੀਂ ਚੱਕਣਾ, ਜਾਂ ਤਾਂ ਉਹ ਕਿਸੇ ਵੀ ਸਟੇਟ PCS 'ਚ ਆਇਆ ਹੋਵੇ ਜਾਂ ਫਿਰ ਉਹ UPSC ਨੇ ਕੁਐਸਚਨ ਪੁੱਛਿਆ ਹੋਵੇ। ਆਪਾਂ ਇਹਨਾਂ ਨੂੰ ਹੀ ਬੇਸਿਕਲੀ ਇੱਥੇ ਤੁਹਾਡੇ ਨਾਲ ਡਿਸਕਸ ਕਰਨਾ। ਉਹਦੇ ਨਾਲ ਮਿਲਦੇ ਜੁਲਦੇ ਜਿੰਨੇ ਹੋਰ ਫੈਕਟ ਹੋਣਗੇ ਉਹ ਵੀ ਆਪਾਂ ਸ਼ੇਅਰ ਕਰਨੇ ਆ। ਤਾਂ ਰਿਕੁਐਸਟ ਆ ਵੀ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ, ਔਰ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਔਰ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਤਾਂ ਆਪਾਂ ਦੇਖੋ ਹਿਸਟਰੀ ਦੀ ਕੁਇਕ ਰਿਵੀਜ਼ਨ ਕਰਨੀ ਆ। MCQ ਹੋਣਗੇ ਔਰ ਉਹਦੇ 'ਚ ਆਪਾਂ ਤੁਹਾਨੂੰ ਐਕਸਪਲੇਨ ਕਰਕੇ ਦੱਸਾਂਗੇ ਉਹਨਾਂ ਦੇ ਵਿੱਚ ਜਿਹੜੇ ਵੀ ਉਹਦੇ ਫੈਕਟ ਬਣਦੇ ਹੋਣਗੇ। ਪਹਿਲਾ ਕੁਐਸਚਨ ਆ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਤਾਂ ਆਹ ਤੁਹਾਡੇ ਕੋਲੇ ਸਟੇਟਮੈਂਟ ਨੇ, ਤਾਂ ਇਹਨਾਂ ਦੇ ਵਿੱਚੋਂ ਆਪਾਂ ਦੇਖਣਾ, ਠੀਕ ਆ। ਜਿਵੇਂ ਕਿ ਪਹਿਲੀ ਕਹਿੰਦੇ ਆ, ਲੀਗ ਰਿਫਿਊਜ਼ ਟੂ ਐਕਸੈਪਟ ਦ ਕਾਂਗਰਸ ਮੁਸਲਿਮ ਪੀਪਲ ਰਾਈਟ ਟੂਗੈਦਰ ਵਿਦ ਦ ਏਮ ਬੀਇੰਗ ਟੂ ਅਚੀਵ, ਔਰ ਰੀਜ਼ਨ ਇਹਦਾ ਓਨਲੀ ਦ ਮੁਸਲਿਮ ਲੀਗ ਹੈਜ਼ ਦ ਰਾਈਟ ਸੱਚ ਟਾਈਪ। ਤੇ ਬੱਚੇ ਇਹਦੇ 'ਚ ਟਾਈਪਿੰਗ 'ਚ ਮਿਸਟੇਕ ਹੋਈ ਆ ਥੋੜ੍ਹੀ ਜਿਹੀ, ਤਾਂ ਪਰ ਫਿਰ ਵੀ ਕੋਈ ਨਹੀਂ। ਤੁਸੀਂ ਦੇਖੋ, ਲੀਗ ਨੇ ਰਿਫਿਊਜ਼ ਕੀਤਾ, ਮਤਲਬ ਕਿ ਕਬੂਲ ਕਰਨ ਤੋਂ। ਦ ਕਾਂਗਰਸ ਮੁਸਲਿਮ ਪੀਪਲ ਰਾਈਟ ਟੂਗੈਦਰ, ਵੀ ਉਹਨਾਂ ਦੇ ਜਿਹੜੇ ਰਾਈਟ ਨੇ ਟੂਗੈਦਰ ਮਤਲਬ ਕਿ ਇਕੱਠੇ ਹੋਣਗੇ। ਤਾਂ ਇਹਦੇ 'ਚ ਕੀ ਆ, ਜਿਹੜਾ ਪਹਿਲਾ ਸੀ ਮੁਸਲਿਮ ਲੀਗ ਨੇ ਤਾਂ ਰਿਫਿਊਜ਼ ਕੀਤਾ ਸੀਗਾ, ਆਹ ਪੁਆਇੰਟ ਤਾਂ ਜਮਾ ਸਹੀ ਆ ਵੀ ਇਕੱਠੇ ਹੋਣੇ ਚਾਹੀਦੇ। ਦੇਖੋ ਇਹਦੇ 'ਚ ਕੀ ਆ, ਕਰੈਕਟ ਆ। ਓਕੇ, ਇਹਦੇ 'ਚ ਇਹ ਰੋਂਗ ਆ, ਸੋ ਆਪਸ਼ਨ ਗਈ, ਠੀਕ ਆ। ਇੱਕ ਤਾਂ ਗਈ। ਇਹਦੇ 'ਚ ਦੇਖੋ ਬਹੁਤ ਕਰੈਕਟ ਨੇ, ਤਾਂ ਇਹਦੇ 'ਚ A ਐਂਡ R ਦੋਨੋਂ ਕਰੈਕਟ ਨੇ। ਤਾਂ ਇਸ ਤੋਂ ਬਾਅਦ ਦੇਖੋ ਹੁਣ ਆਪਣੀ ਗੱਲ ਖੜੀ ਆ ਰੀਜ਼ਨ ਤੇ, ਓਨਲੀ ਦਾ ਮੁਸਲਿਮ ਲੀਗ ਹੈਜ਼ ਦਾ ਰਾਈਟ ਸੱਚ ਟਾਈਪ। ਤਾਂ ਹੁਣ ਇਹਦੇ 'ਚੋਂ ਇਹ ਪੁਆਇੰਟ ਆ ਜਿਹੜਾ ਇਹ ਬਿਲਕੁਲ ਗਲਤ ਆ। ਓਕੇ, ਤਾਂ ਹੁਣ ਦੇਖੋ R ਰੋਂਗ, R ਇਹਦੇ 'ਚ ਰੋਂਗ ਆ। R ਇਜ਼ ਨੋਟ ਕਰੈਕਟ ਐਕਸਪਲੇਨੇਸ਼ਨ, ਪਰ ਇਹ ਗਲਤ ਤਾਂ ਨਹੀਂ ਕਹਿ ਰਹੇ, ਇਹ ਕਹਿ ਰਹੇ ਆ ਵੀ ਇਹ ਕਰੈਕਟ, ਇਹਦੀ ਵਿਆਖਿਆ ਹੈ ਨਹੀਂ। ਤਾਂ ਇਹ ਵੀ ਆਪਸ਼ਨ ਨਹੀਂ ਹੈਗੀ, ਆ ਵੀ ਆਪਸ਼ਨ ਨਹੀਂ ਹੈਗੀ, ਤਾਂ ਇਹਦਾ ਆਨਸਰ ਸੀਗਾ C। ਓਕੇ, ਤਾਂ ਹੁਣ ਦੇਖੋ ਇਹਦੇ 'ਚ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਨਾਲ ਇਹਦੇ ਕਰਦੇ ਹਾਂ ਮੁਸਲਿਮ ਲੀਗ ਦੀ। ਤਾਂ ਇਹ ਕਿਹਨਾਂ ਦੇ ਦੁਆਰਾ ਫਾਊਂਡ ਕੀਤੀ ਗਈ ਆ? ਆਗਾ ਖਾਨ। ਓਕੇ, ਆਗਾ ਖਾਨ ਦੇ ਦੁਆਰਾ ਇਹ ਫਾਊਂਡ ਕੀਤੀ ਗਈ ਸੀ, ਔਰ ਇਹੀ ਇਹਦੇ ਫਸਟ ਪ੍ਰੈਜ਼ੀਡੈਂਟ ਸੀਗੇ। ਤਾਂ ਇਹ ਕਿੱਥੇ ਹੋਈ ਸੀ? 1906 ਦੇ ਵਿੱਚ ਢਾਕਾ। ਇਹ ਕੈਪੀਟਲ ਕਿੱਥੋਂ ਦੀ ਹੈ ਤੁਸੀਂ ਕਮੈਂਟ ਕਰਕੇ ਦੱਸਿਓ। ਵੈਸੇ ਮੈਂ ਤੁਹਾਨੂੰ ਕਰਵਾਇਆ ਹੋਇਆ, ਔਰ ਸੌਰੀ ਬੱਚੇ, ਔਰ ਇਹਨਾਂ ਨੇ ਪੂਰੀ ਸਪੋਰਟ ਕੀਤੀ ਸੀ, ਠੀਕ ਆ। ਸਪੋਰਟ ਕਿਹਨੂੰ ਕੀਤੀ ਸੀ ਇਹਨਾਂ ਨੇ? ਬੰਗਾਲ ਵੰਡ ਨੂੰ। ਤਾਂ ਇਹਨਾਂ ਨੇ ਪ੍ਰੋਪਰ ਸਪੋਰਟ ਕੀਤਾ ਸੀਗਾ, ਮੁਸਲਿਮ ਲੀਗ ਨੇ ਬੰਗਾਲ ਵੰਡ ਨੂੰ ਇਹ ਸਪੋਰਟ ਕਰਦੇ ਸੀਗੇ, ਔਰ 1906 ਢਾਕਾ ਦੇ ਵਿੱਚ ਹੋਈ ਸੀ। ਔਰ ਇਹਨਾਂ ਦਾ ਏਜੰਡਾ ਸੀਗਾ ਵੀ ਜਿਹੜੇ ਮੁਸਲਿਮ ਨੇ ਉਹਨਾਂ ਦੇ ਰਾਈਟ ਨੇ ਜਿਹੜੇ, ਉਹ ਉਹਨਾਂ ਨੂੰ ਆਪਾਂ ਅਲੱਗ ਤੋਂ ਦਬਾਉਣੇ ਨੇ। ਤਾਂ ਇਹ ਇਹਨਾਂ ਦਾ ਬੇਸਿਕਲੀ ਏਜੰਡਾ ਸੀਗਾ। ਔਰ ਇਹਦੇ 'ਚ ਆਲ ਇੰਡੀਅਨ ਮੁਹੰਮਦਨ ਕਾਨਫਰੰਸ ਸੀਗੀ ਜਿਹੜੀ, ਉਹਦੀ ਮੀਟਿੰਗ ਹੋਈ ਸੀ ਸਿਮਲੇ ਦੇ ਵਿੱਚ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਪੁਆਇੰਟ। ਓਕੇ, ਤਾਂ ਜਿਹੜੀ ਇਹ ਮੀਟਿੰਗ ਸੀਗੀ ਇਹਨਾਂ ਦਾ, ਚਲੋ ਪਹਿਲਾਂ ਦੇਖਦੇ ਆਪਾਂ ਫਸਟ ਸੈਸ਼ਨ। ਇਹਨਾਂ ਦਾ ਫਸਟ ਸੈਸ਼ਨ ਜਿਹੜਾ ਹੋਇਆ ਸੀ ਉਹ ਹੋਇਆ ਸੀਗਾ ਕਰਾਚੀ 'ਚ। ਕਰਾਚੀ ਦੇ ਵਿੱਚ ਹੋਇਆ ਸੀਗਾ 29 ਦਸੰਬਰ 1907 ਨੂੰ। ਓਕੇ, ਔਰ ਇਹਨੂੰ ਹੈੱਡ ਕਰਨ ਵਾਲੇ ਕੌਣ ਸੀ? ਆਦਮਜੀ ਪੀਰ ਬਾਈ। ਆਦਮਜੀ ਪੀਰ ਬਾਈ ਇਹ ਮਤਲਬ ਕਿ ਹੈੱਡ ਕਰਿਆ ਸੀ 1908 ਦੇ ਵਿੱਚ। ਫਿਰ ਹੋਇਆ ਸੀ ਇਹਨਾਂ ਦਾ ਅੰਮ੍ਰਿਤਸਰ ਦੇ ਵਿੱਚ 1908 ਦੇ ਵਿੱਚ ASR, ਜਾਣੀ ਕਿ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਆਹ ਇਹਨਾਂ ਦੇ ਇੰਪੋਰਟੈਂਟ ਜੇ ਪੁਆਇੰਟ ਨੇ। ਔਰ ਜੇ ਆਪਾਂ ਦੇਖੀਏ ਵੀ ਇਹਨਾਂ ਦਾ ਜਿਹੜਾ ਹੈੱਡਕੁਆਟਰ ਆ, ਹੈੱਡਕੁਆਟਰ ਇਹਨਾਂ ਦਾ ਸੀਗਾ ਲਖਨਊ ਦੇ ਵਿੱਚ। ਜਿਹੜੀ ਇਹ ਲੀਗ ਸੀ ਇਹਦਾ ਹੈੱਡਕੁਆਟਰ ਕਿੱਥੇ ਸੀਗਾ? ਲਖਨਊ ਦੇ ਵਿੱਚ ਸੀਗਾ। ਇੱਥੋਂ ਤੱਕ ਕਲੀਅਰ ਆ। ਜਦੋਂ ਇਹ ਮਤਲਬ ਕਿ ਆਲ ਇੰਡੀਅਨ ਮੁਹੰਮਦਨ ਕਾਨਫਰੰਸ ਸੀਗੀ, ਇਹਨਾਂ ਦੇ ਜਿਹੜੇ ਸੀਗੇ ਆਪਣੇ ਮੈਂਬਰ ਸੀਗੇ ਇਹਨਾਂ ਦੇ, ਓਕੇ, ਤਾਂ ਉਹ ਜਦੋਂ ਮਿਲਣ ਦੇ ਲਈ ਗਏ ਸੀ ਉਹ ਕਿੱਥੇ ਮਿਲੇ ਸੀਗੇ? ਸਿਮਲੇ। ਤਾਂ ਕਿਹਨੂੰ ਮਿਲੇ ਸੀ? ਲਾਰਡ ਮਿੰਟੋ ਨੂੰ। ਓਕੇ, ਤਾਂ 1908 ਦੇ ਵਿੱਚ ਇਹਨਾਂ ਦੀ ਜਿਹੜੀ ਲੰਡਨ ਵਾਲੀ ਬ੍ਰਾਂਚ ਆ, ਉਹ ਆਲ ਇੰਡੀਅਨ ਮੁਸਲਿਮ ਲੀਗ ਆ ਜਿਹੜੀ, ਉਹ ਲੰਡਨ ਦੇ ਵਿੱਚ ਵੀ ਇਹਨਾਂ ਨੇ ਸ਼ੁਰੂ ਕਰ ਲਈ ਸੀ। ਤਾਂ ਉੱਥੇ ਦਾ ਮਤਲਬ ਕਿ ਇਹਦੀ ਅੰਡਰਸ਼ਿਪ ਦੇ ਵਿੱਚ ਸੀਗਾ ਉਹ ਅਮੀਰ ਅਲੀ। ਆਹ ਤੁਸੀਂ ਫੈਕਟ ਸੀ ਜਿਹੜੇ ਇਹਨੂੰ ਲੈ ਕੇ ਧਿਆਨ ਦੇ ਵਿੱਚ ਰੱਖਣੇ ਆ। ਉਮੀਦ ਕਰਦਾ ਵੀ ਤੁਹਾਨੂੰ ਇਹ ਪੁਆਇੰਟ ਆ ਜਿਹੜੇ ਇਹ ਕਲੀਅਰ ਹੋ ਗਏ ਹੋਣਗੇ। ਅੱਗੇ ਦੇਖੋ, ਦ ਇੰਡੀਅਨ ਕਾਊਂਸਲ ਐਕਟ 1909 ਵਾਜ਼ ਪ੍ਰੋਵਾਈਡਡ ਫॉर। ਤਾਂ ਹੁਣ ਇਹਦੇ 'ਚ ਇੰਡੀਅਨ ਕਾਊਂਸਲ ਐਕਟ 1909 ਦਾ ਦੇਖੋ, ਇਹਨੂੰ ਆਪਾਂ ਇੱਕ ਹੋਰ ਨਾਮ ਨਾਲ ਵੀ ਜਾਣਦੇ ਹਾਂ, ਠੀਕ ਆ, ਜਿਹਨੂੰ ਅਸੀਂ ਕਹਿੰਦੇ ਹਾਂ ਮੋਰਲੇ ਮਿੰਟੋ ਰਿਫੋਰਮਸ। ਤਾਂ ਇਹਨੂੰ ਅਸੀਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ?
ਤੁਹਾਨੂੰ ਹੁਣ ਮੋਰਲੇ ਮਿੰਟੋ ਰਿਫਾਰਮ ਦੇ ਨਾਮ ਨਾਲ ਤਾਂ ਇਹ ਸਭ ਨੂੰ ਉਹਦੀ ਯਾਦ ਆ ਜਾਂਦਾ। ਮੈਂ ਵੈਸੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਕਰਵਾ ਚੁੱਕਿਆ, ਪਰ ਹੁਣ ਆਪਣਾ ਜਦੋਂ MCQ ਕਰਨ ਲੱਗੇ ਆ ਤਾਂ ਇਹਦੇ ਵਿੱਚ ਆ ਗਿਆ। ਸੋ ਤੁਹਾਨੂੰ ਮੈਂ ਦੁਬਾਰੇ ਰਿਵਾਈਜ਼ ਕਰਵਾਊਂਗਾ, ਤਾਂ ਹੁਣ ਧਿਆਨ ਦੇ ਨਾਲ ਇਹਨੂੰ ਸੁਣਿਓ। ਤਾਂ ਦੇਖੋ ਡਾਇਰਕੀ, ਕਮਿਊਨਲ ਰਿਪਰੈਜ਼ੈਂਟੇਸ਼ਨ, ਫੈਡਰੇਸ਼ਨ, ਪ੍ਰੋਵਿੰਸ਼ੀਅਲ ਆਟੋਨੋਮੀ। ਤਾਂ ਇਹਨਾਂ ਦੇ ਵਿੱਚੋਂ ਤਾਂ ਇਹਦਾ ਜਿਹੜਾ ਕਰੈਕਟ ਆਪਸ਼ਨ ਆ ਉਹ ਹੈਗੀ ਆ B, ਕਮਿਊਨਲ ਰਿਪਰੈਜ਼ੈਂਟੇਸ਼ਨ। ਤਾਂ ਹੁਣ ਦੇਖੋ ਜਿਹੜਾ ਇਹ ਆਇਆ ਸੀ, ਪਹਿਲਾਂ ਤਾਂ ਤੁਸੀਂ ਇਹਨੂੰ ਨਾਮ ਤੋਂ ਹੀ ਧਿਆਨ 'ਚ ਰੱਖਣਾ ਵੀ ਇੱਕ ਮੋਰਲੇ ਆ, ਇੱਕ ਮਿੰਟੋ ਆ। ਓਕੇ, ਤਾਂ ਪਹਿਲਾਂ 1905 ਦੇ ਵਿੱਚ ਬੰਗਾਲ ਵੰਡ ਹੋਈ। ਠੀਕ ਆ, 1905 ਦੇ ਵਿੱਚ ਬੰਗਾਲ ਵੰਡ ਹੋ ਗਈ। ਓਕੇ, ਤਾਂ ਫਿਰ ਇਹ ਤੋਂ ਬਾਅਦ ਇਹ ਮਤਲਬ ਕਿ ਜਿਹੜਾ ਕਰੀ ਸੀਗੀ ਉਹ ਕੌਣ ਸੀਗੀ? ਲਾਰਡ ਕਰਜ਼ਨ। ਤਾਂ ਇਹਨੂੰ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ, ਮਤਲਬ ਕਿ ਸਭ ਤੋਂ ਬਦਨਾਮ ਵੀ ਇਹੀ ਰਿਹਾ। ਤਾਂ ਫਿਰ ਇਹ ਤੋਂ ਬਾਅਦ ਇਹਨੂੰ ਰਿਪਲੇਸ ਕਰਤਾ ਜਿਹੜੇ ਬੰਦੇ ਨੇ, ਠੀਕ ਆ, ਉਹ ਆਇਆ, ਇਹਨੂੰ ਰਿਪਲੇਸ ਕੀਤਾ ਮੋਰਲੇ ਨੇ। ਠੀਕ ਆ, ਸੌਰੀ ਮਿੰਟੋ ਨਹੀਂ, ਮੋਰਲੇ, ਲਾਰਡ ਮੋਰਲੇ। ਤਾਂ ਇਹਦਾ ਸੈਕਰਟਰੀ ਸੀਗਾ ਮਿੰਟੋ। ਤਾਂ ਇਹਨਾਂ ਦੋਨਾਂ ਦੇ ਨਾਮ ਤੇ ਇਹ ਜਿਹੜਾ ਐਕਟ ਆਇਆ ਸੀ, ਤਾਂ ਕਰਕੇ ਇਹਨੂੰ ਕਹਿੰਦੇ ਆ ਮੋਰਲੇ ਮਿੰਟੋ ਰਿਫਾਰਮ। ਆ ਮੋਰਲੇ ਇਹ ਤੋਂ ਬਾਅਦ ਜਿਹੜਾ ਵਾਇਸਰਾਏ ਇਹਨੂੰ ਰਿਪਲੇਸ ਕਰਨ ਆਇਆ ਸੀ, ਔਰ ਮਿੰਟੋ ਕੀ ਸੀਗਾ? ਇਹਦਾ ਸੈਕਰਟਰੀ ਸੀਗਾ। ਤਾਂ ਇਹਨੂੰ ਅਸੀਂ ਕਹਿੰਦੇ ਆ ਮੋਰਲੇ ਮਿੰਟੋ ਰਿਫਾਰਮ। ਇਹਨਾਂ ਦੋਵਾਂ ਦੇ ਹੀ ਨਾਮ ਦੇ ਉੱਤੇ ਆਇਆ ਸੀਗਾ। ਤਾਂ ਆਪਣੇ ਜਿਹੜੇ ਮਹਾਤਮਾ ਗਾਂਧੀ ਸੀ, ਗਾਂਧੀ ਜੀ ਨੂੰ ਕੀ ਕਹਿੰਦੇ ਸੀ? ਮੋਰਲੇ ਮਿੰਟੋ ਰਿਫਾਰਮ ਹੈਜ਼ ਡਿਸਟਰੋਇਡ ਅਸ ਕੰਪਲੀਟਲੀ। ਸਾਨੂੰ ਡਿਸਟਰੋਏ ਕਰ ਦੇਣਗੇ ਕੰਪਲੀਟਲੀ ਮੋਰਲੇ ਮਿੰਟੋ ਰਿਫਾਰਮ ਆ ਜਿਹੜਾ। ਤਾਂ ਹੁਣ ਇਹਦੇ 'ਚ ਬਲੰਡਰ ਕੀ ਹੋਇਆ? ਓਕੇ, ਤਾਂ ਅੰਗਰੇਜ਼ਾਂ ਨੇ ਓਫੀਸ਼ੀਅਲੀ ਇਹਨੂੰ ਕਿਹਾ ਸੀ ਇੰਡੀਅਨ ਕਾਉਂਸਲ ਐਕਟ 1909। ਆਹ ਤਾਂ ਹੋ ਗਿਆ ਇਹਨਾਂ ਦਾ ਓਫੀਸ਼ੀਅਲ ਨੇਮ, ਪਰ ਆਪਾਂ ਕੀ ਕਹਿੰਦੇ ਸੀ ਇਹਨੂੰ? ਮੋਰਲੇ ਮਿੰਟੋ ਰਿਫਾਰਮ। ਕਿਉਂ? ਕਿਉਂਕਿ ਮੋਰਲੇ ਇੱਥੋਂ ਦਾ ਮਤਲਬ ਕਿ ਆਪਣਾ ਹੈੱਡ ਸੀਗਾ, ਔਰ ਮਿੰਟੋ ਇਹਦਾ ਸੈਕਰਟਰੀ ਸੀ। ਇਹਨਾਂ ਦੋਵਾਂ ਦੇ ਨਾਮ ਕਰਕੇ ਮੋਰਲੇ ਮਿੰਟੋ ਰਿਫਾਰਮ ਹੋ ਗਿਆ। ਤਾਂ ਅੰਗਰੇਜ਼ਾਂ ਨੇ ਇਹ ਕਹਿਤਾ ਇਹਨੂੰ। ਬਲੰਡਰ ਇਹਦੇ 'ਚ ਇਹ ਸੀ ਕਿਉਂਕਿ ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰੇਟ ਦੇਤਾ ਇਹਨਾਂ ਨੇ, ਅਲੱਗ ਤੋਂ ਇਲੈਕਟੋਰੇਟ ਉਹਨਾਂ ਨੂੰ ਪ੍ਰੋਵਾਈਡ ਕਰਵਾਤਾ ਇਹਨੇ, ਕਿਉਂਕਿ ਉਹ ਜਦੋਂ ਇਹਨਾਂ ਦੀ ਮੁਸਲਿਮ ਲੀਗ ਬਣੀ ਸੀ ਉਹਨੇ ਪਹਿਲਾਂ ਹੀ ਡਿਮਾਂਡ ਰੱਖਤੀ ਸੀ। ਤਾਂ ਅੰਗਰੇਜ਼ ਚਾਹੁੰਦੇ ਸੀਗੇ ਵੀ ਆਪਾਂ ਉਹਨਾਂ ਨੂੰ ਭੜਕਾ ਕੇ ਉਹਨਾਂ ਨੂੰ ਕਹੀਏ ਵੀ ਤੁਸੀਂ ਆਪਦਾ ਅੱਡ ਮੰਗੋ, ਕਿਉਂਕਿ ਕਾਂਗਰਸ ਇਕੱਲਾ ਆਪਦੇ ਧਰਮ ਦੇ ਲਈ, ਹਿੰਦੂ ਧਰਮ ਦੇ ਲਈ, ਜਾਂ ਫਿਰ ਇੰਡੀਆ ਦੇ ਲੋਕਾਂ ਦੇ ਲਈ, ਹਿੰਦੂਆਂ ਲਈ ਹੀ ਮਤਲਬ ਮੰਗ ਕਰ ਰਹੀ ਆ। ਤਾਂ ਤੁਹਾਨੂੰ ਮੁਸਲਮਾਨਾਂ ਨੂੰ ਜਾਂ ਮੁਸਲਿਮ ਨੂੰ ਆਪਣਾ ਅਲੱਗ ਤੋਂ ਤੁਹਾਡਾ ਇਲੈਕਟੋਰੇਟ ਚਾਹੀਦਾ। ਤਾਂ ਇਹਨਾਂ ਨੇ ਉੱਧਰ ਭਟਕਾਤਾ, ਇੱਧਰ ਭਟਕਾਤਾ। ਤਾਂ ਉਹਨਾਂ ਨੂੰ ਕਹਿਤਾ ਵੀ ਜਿਹੜਾ ਐਕਟ ਆਊਗਾ ਉਹਦੇ 'ਚ ਤੁਹਾਨੂੰ ਅਸੀਂ ਦੇਵਾਂਗੇ। ਤਾਂ ਫਿਰ ਇਹਨਾਂ ਨੇ ਇੰਡੀਅਨ ਕਾਉਂਸਲ ਐਕਟ 1909 ਦੇ ਵਿੱਚ ਉਹਨਾਂ ਨੂੰ ਅਲੱਗ ਤੋਂ ਇਲੈਕਟੋਰੇਟ ਪ੍ਰੋਵਾਈਡ ਕਰਵਾਤਾ ਸੀਗਾ। ਤਾਂ ਹੁਣ ਇਹਦੇ 'ਚ ਆਪਣੇ ਕੋਲੇ ਮੁੱਦਾ ਹੁੰਦਾ ਕਮਿਊਨਲ ਰਿਪਰੈਜ਼ੈਂਟੇਸ਼ਨ ਕੀ ਹੁੰਦੀ ਆ। ਇਹਦੇ 'ਚ ਸਿਸਟਮ ਜਿਹੜਾ ਇਹਦੇ 'ਚ ਐ ਹੁੰਦਾ ਵੀ ਜਿਹੜੇ ਮੁਸਲਿਮ ਦੇ ਨੇ ਆਪਣੇ ਕੈਂਡੀਡੇਟ ਨੇ, ਇਹਨਾਂ ਦੇ ਮੁਸਲਿਮ ਕੈਂਡੀਡੇਟ ਨੇ, ਉਹਨਾਂ ਨੂੰ ਓਨਲੀ ਮੁਸਲਿਮ ਇਲੈਕਟ ਕਰਨਗੇ। ਤਾਂ ਆਹ ਇਹਦਾ ਸਿਸਟਮ ਸੀਗਾ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਪੁਆਇੰਟ ਇਹਦੇ ਕਲੀਅਰ ਹੋ ਗਏ ਹੋਣਗੇ। ਓਕੇ, ਅੱਗੇ ਦੇਖੋ, ਵੇਅਰ ਵਾਜ਼ ਦਾ ਕੈਪੀਟਲ ਆਫ ਇੰਡੀਆ ਬਿਫੋਰ ਦਿੱਲੀ ਅੰਡਰ ਬ੍ਰਿਟਿਸ਼ ਪੀਰੀਅਡ। ਹੁਣ ਇਹ ਪੁਆਇੰਟ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਓਕੇ, ਕਿਉਂਕਿ ਜਿਹੜੀ ਆਪਣੀ ਦਿੱਲੀ ਕੈਪੀਟਲ ਆ, ਠੀਕ ਆ, ਜਿਹੜੀ ਆਪਣੀ ਦਿੱਲੀ ਰਾਜਧਾਨੀ ਆ, ਇਹ ਤੋਂ ਪਹਿਲਾਂ ਆਪਣੀ ਰਾਜਧਾਨੀ ਹੁੰਦੀ ਸੀ ਕਲਕੱਤਾ। ਮਤਲਬ ਕਿ ਹੁਣ ਆਪਾਂ ਕੀ ਕਹਿੰਦੇ ਇਹਨੂੰ? ਹੁਣ ਤਾਂ ਕੋਲਕਾਤਾ ਹੀ ਕਹਿੰਦੇ ਆ। ਠੀਕ ਆ, ਤਾਂ ਇਹ ਵਾਲੀ ਹੁੰਦੀ ਸੀ। ਅਗਰ ਆਪਾਂ ਇਹਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਤਾਂ ਦਸੰਬਰ 1911, ਵੈਸੇ ਸਾਰੇ ਫੈਕਟ ਮੈਂ ਤੁਹਾਨੂੰ ਕਰਵਾਏ ਹੋਏ ਨੇ, ਪਹਿਲਾਂ ਤੁਸੀਂ ਹਿਸਟਰੀ ਦੀਆਂ ਵੀਡੀਓਜ਼ ਦੇਖ ਸਕਦੇ ਹੋ, ਚੈਨਲ 'ਤੇ ਪਈਆਂ ਨੇ। ਤਾਂ ਦਸੰਬਰ 1911 ਦੇ ਵਿੱਚ ਲੱਗਿਆ ਸੀ ਦਿੱਲੀ ਦਰਬਾਰ। ਹੁਣ ਇਹਦੇ ਦਰਬਾਰ ਦੇ ਵਿੱਚ ਕੀ ਹੁੰਦਾ? ਮਤਲਬ ਕਿ ਜਿਹੜੇ ਉੱਥੋਂ ਦੇ ਮਤਲਬ ਕਿ ਬ੍ਰਿਟਿਸ਼ ਦੇ ਰਾਜਾ ਰਾਣੀ ਆਉਂਦੇ ਨੇ ਤਾਂ ਉਹਨਾਂ ਦੀ ਵੈਲਕਮ ਦੇ ਲਈ ਇੱਥੇ ਲਾਏ ਜਾਂਦੇ ਸੀਗੇ ਦਿੱਲੀ ਦਰਬਾਰ। ਆਉਣਾ ਕਿਹਨੇ ਸੀ? ਜਾਰਜ ਪੰਜਵਾਂ ਅਤੇ ਉਹਦੀ ਵਾਈਫ ਮੈਰੀ। ਠੀਕ ਆ, ਇਹਨਾਂ ਨੇ ਆਉਣਾ ਸੀ, ਇਹਨਾਂ ਦੇ ਵੈਲਕਮ ਦੇ ਲਈ ਲੱਗਣਾ ਸੀ ਇਹ। ਤਾਂ ਫਿਰ ਇਹਨਾਂ ਨੇ ਚਲੋ ਆਪਾਂ ਇੰਨਾ ਡਿਟੇਲ ਨਹੀਂ ਕਰਦੇ। ਤਾਂ ਇਹਨਾਂ ਨੇ ਕੀ ਕਰਿਆ? 12 ਦਸੰਬਰ 1911 ਨੂੰ ਜਦੋਂ ਲੋਕਾਂ ਦੇ ਵਿੱਚ ਰੋਸ ਦੇਖਿਆ ਤਾਂ ਇਹਨਾਂ ਨੇ ਬੰਗਾਲ ਵੰਡ ਸੀ ਜਿਹੜੀ, ਉਹਨੂੰ ਕਰਤਾ ਰੱਦ। ਵੀ ਮਤਲਬ ਬੰਗਾਲ ਵੰਡ ਜਿਹੜੀ ਤੁਸੀਂ ਕੀਤੀ ਆ ਉਹ ਗਲਤ ਆ, ਇਹਨੂੰ ਅਸੀਂ ਰੱਦ ਕਰਦੇ ਹਾਂ। ਓਕੇ, ਤਾਂ ਇੱਥੇ ਅਨਾਊਂਸ ਕਰਤਾ ਵੀ ਜਿਹੜੀ ਰਾਜਧਾਨੀ ਆ ਉਹ ਕਲਕੱਤੇ ਤੋਂ ਕਿੱਥੇ ਲੈ ਕੇ ਆਓ? ਦਿੱਲੀ ਸ਼ਿਫਟ ਕਰੋ। ਰਾਜਧਾਨੀ ਕਲਕੱਤੇ ਤੋਂ ਦਿੱਲੀ ਸ਼ਿਫਟ ਕਰ ਦਿਓ। ਤਾਂ ਇਹਦੀ ਘੋਸ਼ਣਾ ਹੋਈ ਸੀ ਇੱਥੇ 12 ਦਸੰਬਰ 1911 ਨੂੰ ਹੋਈ ਸੀ, ਪਰ ਇਹ ਅਸਲ ਦੇ ਵਿੱਚ ਸ਼ਿਫਟ ਕੀਤੀ 1912 ਦੇ ਵਿੱਚ। ਤਾਂ ਕਈ ਜਗ੍ਹਾ 'ਤੇ ਤੁਹਾਨੂੰ 1911-12 ਐਵੇਂ ਆਪਸ਼ਨ ਆ ਜੇ ਤਾਂ ਤੁਸੀਂ ਇਹ ਕਰੈਕਟ ਲਾ ਦਿਓ, ਵੈਸੇ ਤਾਂ ਨਹੀਂ ਆਉਂਦੀ।
ਤਾਂ ਇਹਦਾ ਦੇਖੋ ਦਿੱਲੀ ਤੋਂ ਪਹਿਲਾਂ ਇਹਦਾ ਆਪਣੇ ਕੋਲੇ ਆਪਸ਼ਨ ਕੀ ਬਣਦੀ ਆ, ਇਹ ਸੀਗੀ ਕਲਕੱਤੇ। ਓਕੇ, ਤਾਂ 1912 ਦੇ ਵਿੱਚ ਹੀ ਫਿਰ ਬੰਗਾਲ ਨੂੰ ਨਵਾਂ ਪ੍ਰੋਵਿੰਸ ਬਣਾਤਾ ਇਹਨਾਂ ਨੇ। ਅਸਾਮ ਨੂੰ ਵੀ ਪਹਿਲਾਂ ਵਾਲੀ ਉਹਦੀ ਸਥਿਤੀ ਮਿਲ ਗਈ ਜਿਹੜੀ ਮਤਲਬ ਕਿ 1874 ਦੇ ਵਿੱਚ ਉਹਦੇ ਕੋਲੇ ਹੁੰਦਾ ਸੀ। ਓਕੇ, ਉਦੋਂ ਕਲਕੱਤਾ ਕਹਿੰਦੇ ਸੀ, ਹੁਣ ਆਪਾਂ ਕੋਲਕਾਤਾ ਕਹਿੰਦੇ ਆ ਇਹਨੂੰ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ 1912 ਦੀ ਆਪਾਂ ਜੇ ਗੱਲ ਕਰੀਏ, ਉਦੋਂ ਹੋਇਆ ਸੀ ਦਿੱਲੀ ਕੌਂਸਪੀਰੈਂਸੀ ਕੇਸ। ਵੈਸੇ ਸਾਰੇ ਕੇਸ ਮੈਂ ਤੁਹਾਨੂੰ ਇੱਕ ਵਾਰ ਉਹ 'ਚ ਕਰਵਾਏ ਹੋਏ ਨੇ, ਤੁਸੀਂ ਦੇਖ ਵੀ ਸਕਦੇ ਹੋ ਵੀਡੀਓਜ਼ ਦੇ ਵਿੱਚ, ਮੈਂ ਤੁਹਾਨੂੰ ਬੜੇ ਡਿਟੇਲ ਨਾਲ ਕਰਵਾਏ ਹੋਏ ਆ। ਤਾਂ ਇਹ ਜਿਹੜਾ ਦਿੱਲੀ ਕੌਂਸਪੀਰੈਂਸੀ ਕੇਸ ਹੋਇਆ ਸੀ, ਇਹ ਹੋਇਆ ਸੀ 23 ਦਸੰਬਰ 1912 ਨੂੰ। ਤਾਂ ਇਹਨੂੰ ਆਪਾਂ ਕਹਿੰਦੇ ਹਾਂ ਦਿੱਲੀ ਲਾਹੌਰ ਕੌਂਸਪੀਰੈਂਸੀ ਵੀ ਕਹਿ ਦਿੰਦੇ ਹਾਂ, ਕਿਉਂਕਿ ਤੇ ਲਾਰਡ ਹਾਰਡਿੰਗ ਤੇ ਬੰਬ ਸੁੱਟਿਆ ਸੀਗਾ ਚਾਂਦਨੀ ਚੌਕ ਸੁਰਬ ਆਫ ਦਿੱਲੀ, ਰਾਸ ਬਿਹਾਰੀ ਬੋਸ ਹੋਣਾ ਨੇ। ਤਾਂ ਇਹ ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਆ ਜਿਹੜੇ ਇਹ ਕਲੀਅਰ ਹੋ ਗਏ ਹੋਣਗੇ। ਚਲੋ ਅਗਲਾ ਕੁਐਸਚਨ, ਹੂ ਮੇਡ ਦ ਐਗਰੀਮੈਂਟ ਬਿਟਵੀਨ ਮੁਸਲਿਮ ਲੀਗ ਐਂਡ ਕਾਂਗਰਸ ਇਨ 1916। ਤਾਂ ਹੁਣ ਦੇਖੋ ਐਗਰੀਮੈਂਟ ਸਮਝੌਤਾ ਕਿੰਨਾ ਕਿੰਨਾ ਵਿਚਾਲੇ, ਮੁਸਲਿਮ ਲੀਗ ਐਂਡ ਕਾਂਗਰਸ। ਆਪਾਂ ਨੂੰ ਪਤਾ ਵੀ 1885 ਦੇ ਵਿੱਚ ਏ.ਓ. ਹਿਊਮ ਇਹਨੇ ਸਥਾਪਨਾ ਕਰੀ ਸੀ ਕਿਹਦੀ, INC, ਇੰਡੀਅਨ ਨੈਸ਼ਨਲ ਕਾਂਗਰਸ। ਓਕੇ, ਤਾਂ ਫਿਰ ਇਹ ਤੋਂ ਬਾਅਦ ਜਦੋਂ ਬੰਗਾਲ ਵੰਡ ਹੋ ਗਈ ਤਾਂ 1907 ਦੇ ਵਿੱਚ ਇਹ ਦੋ ਹਿੱਸਿਆਂ 'ਚ ਟੁੱਟ ਗਈ। ਇੱਕ ਪਾਸੇ ਤਾਂ ਇਹਦੇ ਸੀਗੇ ਗਰਮ ਦਲ ਦੇ ਨੇਤਾ ਔਰ ਦੂਸਰੇ ਪਾਸੇ ਦੇ ਨਰਮਪੰਥੀ ਜਾਂ ਮਤਲਬ ਕਿ ਨਰਮ ਦਲ ਵਾਲੇ। ਗਰਮ ਦਲ ਵਾਲੇ ਸੀਗੇ, ਇਹ ਸੀਗੇ ਹਿੰਸਕ, ਮਤਲਬ ਕਿ ਲੜ ਕੇ ਜਾਂ ਮਾਰਪੀਟ ਕਰਕੇ ਮਤਲਬ ਜ਼ਬਰਦਸਤੀ ਆਪਦਾ ਹੱਕ ਲੈਣ ਦੇ ਪੱਖ 'ਚ ਸੀਗੇ ਵੀ ਮਿੰਨਤਾਂ ਤਰਲੇ ਸਾਥੋਂ ਨਹੀਂ ਹੁੰਦੇ, ਵੀ ਐਵੇਂ ਉਹਨਾਂ ਦੇ ਅੱਗੇ ਝੁਕੀ ਚੱਲੀਏ। ਪਰ ਜਿਹੜੇ ਨਰਮ ਦਲ ਵਾਲੇ ਸੀ ਇਹ ਥੋੜ੍ਹੇ ਜਿਹੇ ਨਰਮ ਸੁਭਾਅ ਵਾਲੇ ਸੀ, ਇਹ ਕਹਿੰਦੇ ਸੀ ਵੀ ਨਹੀਂ ਆਪਾਂ ਗੱਲਬਾਤ ਕਰਕੇ ਜਿਹੜੀ ਚੀਜ਼ ਹੱਲ ਹੁੰਦੀ ਆ ਆਪਾਂ ਉਹਨੂੰ ਉਵੇਂ ਕਰ ਲਈਏ। ਤਾਂ ਹੁਣ ਇੱਥੋਂ ਤੁਸੀਂ ਧਿਆਨ ਦੇ ਵਿੱਚ ਰੱਖਿਓ। ਤਾਂ ਫਿਰ 1914 ਤੋਂ ਲੈ ਕੇ 18 ਤੱਕ ਫਸਟ ਵਰਲਡ ਵਾਰ ਹੋ ਗਈ, ਠੀਕ ਆ। ਫਸਟ ਵਰਲਡ ਵਾਰ 1914 ਤੋਂ 18, ਦੂਸਰੀ ਹੋਈ ਸੀ 1939 ਤੋਂ ਲੈ ਕੇ 45। ਚਲੋ ਦੂਸਰੀ ਤੱਕ ਆਪਾਂ ਨੂੰ ਕੋਈ ਮਤਲਬ ਨਹੀਂ, ਤਾਂ ਇੱਥੋਂ ਲੱਗੀ। ਤਾਂ ਫਿਰ ਇਹ ਤੋਂ ਬਾਅਦ ਅੰਗਰੇਜ਼ਾਂ ਨੇ ਸੋਚਿਆ ਵੀ ਇਹਦਾ ਕੰਮ ਉਲਟਾ ਜਿਹਾ ਪੈ ਗਿਆ, ਵੀ ਆਪਾਂ ਇਹਨਾਂ ਨੂੰ ਇਕੱਠੇ ਕਰ ਲਈਏ। ਤਾਂ ਫਿਰ ਇਹਨਾਂ ਨੇ ਵੀ ਆਖਿਆ ਵੀ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ। ਤਾਂ ਫਿਰ ਇਹਨਾਂ ਨੇ ਕੀ ਕੀਤਾ, ਉਹਦੇ 'ਚ ਹੋਇਆ ਆਪਣਾ ਇੱਕ 29 ਤੋਂ 31 ਦਸੰਬਰ 1916, ਠੀਕ ਆ। ਤਾਂ ਇਹ ਹੋਇਆ ਲਖਨਊ ਸੈਸ਼ਨ। ਕਿਹੜਾ ਸੈਸ਼ਨ, ਲਖਨਊ ਸੈਸ਼ਨ। ਇਹ ਕੁਐਸਚਨ ਇਹਨੂੰ ਮੈਂ ਤਾਂ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ ਨਾਲ ਕਰਵਾ ਰਿਹਾ ਕਿਉਂਕਿ ਇਹਨੂੰ ਲੈ ਕੇ ਕਾਫੀ ਘੁੰਮ ਫਿਰ ਕੇ ਕੁਐਸਚਨ ਬਣਦੇ ਆ। 1916 ਦੇ ਵਿੱਚ ਕੀ ਹੋਇਆ ਸੀ, ਐਗਰੀਮੈਂਟ ਹੋਇਆ ਮੁਸਲਿਮ ਲੀਗ ਤੇ ਕਾਂਗਰਸ। ਇੱਥੇ ਇਹ ਕਾਫੀ ਇੰਪੋਰਟੈਂਟ ਆ, ਕਿੱਥੇ ਹੋਇਆ, ਲਖਨਊ ਸੈਸ਼ਨ। ਕਿੰਨੇ 'ਚ ਹੋਇਆ, 1916 ਦੇ ਵਿੱਚ। ਤਾਂ ਇੱਥੇ ਕੀ ਹੋਇਆ, ਇੱਥੇ ਦੋ ਕੰਮ ਹੋਏ। ਪਹਿਲਾ ਤਾਂ ਮੁੱਖ ਕੰਮ ਇਹ ਸੀਗਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਇਹ ਦੋਨੋਂ ਇਕੱਠੇ ਹੋ ਗਏ ਕੁਝ ਟਾਈਮ ਦੇ ਲਈ, ਟੈਂਪਰੇਰੀ ਟਾਈਮ ਲਈ ਹੋਈ ਸੀ। ਔਰ ਆਪਣੇ ਜਿਹੜੀ ਕਾਂਗਰਸ ਦੋ ਹਿੱਸਿਆਂ ਦੇ ਵਿੱਚ ਬ੍ਰੇਕਡਾਊਨ ਹੋ ਚੁੱਕੀ ਸੀ 1907 ਦੇ ਵਿੱਚ। ਗਰਮ ਦਲ ਔਰ ਨਰਮ ਦਲ ਇਹ ਦੋਨੋਂ ਵੀ ਇਕੱਠੇ ਹੋ ਗਏ ਸੀ। ਤਾਂ ਇਹ ਦੋਨੋਂ ਵੀ ਇਕੱਠੇ ਹੋ ਗਏ ਸੀਗੇ ਵੀ ਸਾਨੂੰ ਹਾਂ ਮਤਲਬ ਕਿ ਸਾਰਿਆਂ ਨੂੰ ਆਜ਼ਾਦੀ ਚਾਹੀਦੀ ਆ। ਤਾਂ ਇਹਨੂੰ ਲਖਨਊ ਹੋਇਆ, ਲਖਨਊ ਸੈਸ਼ਨ ਵੀ ਕਹਿ ਦਿੰਦੇ ਆ, ਲਖਨਊ ਪੈਕਟ ਵੀ ਕਹਿ ਦਿੰਦੇ ਆ, ਠੀਕ ਆ, ਜਾਂ ਫਿਰ ਇਹਨੂੰ ਕਾਂਗਰਸ ਲੀਗ ਪ੍ਰੋਗਰਾਮ ਵੀ ਕਹਿ ਦਿੰਦੇ ਆ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ ਇਹਦੇ 'ਚ 9 ਸਾਲਾਂ ਤੋਂ ਜਿਹੜੀ ਗਰਮ ਦਲ ਅਲੱਗ ਹੋਈ ਸੀ ਉਹ ਵੀ ਇਕੱਠੀ ਹੋ ਗਈ ਔਰ ਮੁਸਲਿਮ ਤੇ ਕਾਂਗਰਸ ਦੇ ਵਿਚਾਲੇ ਐਗਰੀਮੈਂਟ ਆ ਜਿਹੜਾ ਉਹ ਵੀ ਹੋ ਗਿਆ। ਤਾਂ ਉਹ ਪਹਿਲਾਂ ਮਤਲਬ ਕਿ ਟੁੱਟੀ ਸੀ 1907 ਦੇ ਵਿੱਚ, ਇਹ ਤੁਹਾਨੂੰ ਮੈਂ ਪੁਆਇੰਟ ਪਹਿਲਾਂ ਹੀ ਦੱਸਤਾ। ਤਾਂ ਇਹਦੇ 'ਚ 19 ਬੁਲੇਟਿਨਸ ਰੱਖੇ ਗਏ ਸੀਗੇ ਜਿਹੜੇ ਮੁੱਖ ਤੌਰ 'ਤੇ ਮਤਲਬ ਕਿ ਮੁੱਦੇ ਸੀਗੇ ਇਹਨਾਂ ਦੇ, ਜਿਨ੍ਹਾਂ ਨੂੰ ਲੈ ਕੇ ਇਹ ਇਕੱਠੇ ਹੋਏ ਸੀ। ਔਰ ਇਹਨਾਂ ਨੂੰ ਇਕੱਠੇ ਕਰਨ ਦੇ ਲਈ ਜੇ ਤੁਹਾਨੂੰ ਪੁੱਛਿਆ ਜਾਵੇ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀਗਾ, ਐਨੀ ਬਸੈਂਟ ਔਰ ਤਿਲਕ ਦਾ ਇਹਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਯੋਗਦਾਨ ਸੀਗਾ ਉਹ ਇਹਨਾਂ ਦਾ ਹੀ ਰਿਹਾ ਸੀਗਾ। ਤਾਂ ਇੱਥੇ ਆਪਾਂ ਵੈਸੇ ਲਾਵਾਂਗੇ ਬੀਜੀ ਤਿਲਕ। ਤਾਂ ਮਤਲਬ ਤਿਲਕ ਔਰ ਐਨੀ ਬਸੈਂਟ ਇਹਨਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਸੀਗਾ ਇਹਦੇ ਵਿੱਚ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ ਜਿਹੜੀ ਇਹ ਇੰਡੀਅਨ ਨੈਸ਼ਨਲ ਕਾਂਗਰਸ ਔਰ ਮੁਸਲਿਮ ਲੀਗ ਇਕੱਠੀ ਹੋਈ ਆ, ਦੇਖੋ ਇਹ ਇਕੱਠੀ ਤਾਂ ਹੋਈ ਆ 1916 ਦੇ ਵਿੱਚ, ਠੀਕ ਆ। 1916 ਤੋਂ ਲੈ ਕੇ ਇਹ ਕਿੰਨੇ ਤੱਕ ਰਹਿੰਦੀ ਆ, 1922 ਤੱਕ, ਟਿਲ 1922 ਇੱਥੋਂ ਤੱਕ ਇਕੱਠੇ ਰਹਿੰਦੇ ਆ। ਤਾਂ ਕਰਕੇ ਇਹਨੂੰ ਅਸੀਂ ਕਹਿੰਦੇ ਵੀ ਇਹ ਟੈਂਪਰੇਰੀ ਅਰੇਂਜਮੈਂਟ ਸੀਗਾ। ਇੱਥੋਂ ਤੱਕ ਪੁਆਇੰਟ ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਤਾਂ ਤੁਸੀਂ ਕਹੋਗੇ ਲਖਨਊ ਪੈਕਟ 1916 AC ਮਜ਼ੂਮਦਾਰ ਨੇ ਇਹਦੀ ਪ੍ਰਧਾਨਗੀ ਕੀਤੀ ਸੀਗੀ। ਇੱਥੋਂ ਤੱਕ ਕਲੀਅਰ ਆ। ਔਰ ਇਹਦੇ 'ਚ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਜਿਹੜੀ ਮੁਸਲਿਮ ਲੀਗ ਦੇ ਲਈ ਅਲੱਗ ਇਲੈਕਟੋਰੇਟ ਸੀਗਾ ਉਹਨੂੰ ਇਹਨਾਂ ਨੇ ਸਵੀਕਾਰ ਕਰ ਲਿਆ ਸੀ ਵੀ ਠੀਕ ਆ, ਪਰ ਇਕੱਠੇ ਹੋ ਕੇ ਆਪਾਂ ਕੰਮ ਕਰਨਾ। ਤਾਂ ਇਹ ਸਾਰੇ ਕੁਐਸਚਨ ਦੇ ਵਿੱਚ ਜਿਹੜੀ ਗੱਲਬਾਤ ਸੀ ਇਹ ਤੁਸੀਂ ਧਿਆਨ ਦੇ ਵਿੱਚ
ਰੱਖਣੀ ਆ। ਇਹ ਕੁਐਸਚਨ ਬੜਾ ਇੰਪੋਰਟੈਂਟ ਆ, ਤੁਹਾਨੂੰ ਕਿਸੇ ਵੀ ਐਗਜ਼ਾਮ ਦੇ ਵਿੱਚ ਇਹਨੂੰ ਲੈ ਕੇ ਜਿੰਨੇ ਕੁ ਫੈਕਟ ਹੈਗੇ ਨੇ, ਇਹਦੇ ਫੈਕਟ ਬਸ ਇੰਨੇ ਕੀ ਆ ਬੇਸਿਕਲੀ ਤਾਂ ਇਹਨੂੰ ਲੈ ਕੇ ਘੁੰਮ ਫਿਰ ਕੇ ਕੁਐਸਚਨ ਬਹੁਤ ਜ਼ਿਆਦਾ ਬਣਦੇ ਆ। ਤਾਂ ਹੁਣ ਵੀ ਵੀਡੀਓ ਨੂੰ ਚਲਦੇ ਤੁਸੀਂ ਲਾਈਕ ਕਰ ਦਿਓ, ਔਰ ਜਿਵੇਂ ਤੁਹਾਨੂੰ ਸਮਝ ਆ ਰਿਹਾ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਵੀ ਰੱਖਿਆ ਕਰੋ। ਔਰ ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਦਿਓ, ਤਾਂ ਜੋ ਜਦ ਵੀ ਕਦੇ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਅੱਗੇ ਦੇਖੋ ਅਗਲਾ ਕੁਐਸਚਨ, ਐਨੀ ਬਿਸੈਂਟ ਇਜ਼ ਮੋਸਟਲੀ ਐਸੋਸੀਏਟਡ ਵਿਦ। ਹੁਣ ਐਨੀ ਬਿਸੈਂਟ ਦਾ ਨਾਮ ਆ ਗਿਆ ਤਾਂ ਐਨੀ ਬਿਸੈਂਟ ਬਾਰੇ ਬੇਸਿਕਲੀ ਤੁਹਾਨੂੰ ਸਾਰੇ ਪੁਆਇੰਟ ਪਤਾ ਹੋਣੇ ਚਾਹੀਦੇ ਆ, ਕਿਉਂਕਿ ਬੜੇ ਇੰਪੋਰਟੈਂਟ ਨੇਮ ਆ ਇਹ ਐਨੀ ਬਿਸੈਂਟ ਦਾ, ਤਾਂ ਕਰਕੇ ਇਹਨਾਂ ਦੇ ਬਾਰੇ ਜਿੰਨੇ ਪੁਆਇੰਟ ਹੈਗੇ ਨੇ ਉਹ ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਆ। ਤਾਂ ਹੁਣ ਦੇਖੋ ਪਹਿਲਾਂ ਤਾਂ ਆਪਾਂ ਦੇਖ ਲਈਏ ਮੋਸਟਲੀ ਐਸੋਸੀਏਟਡ ਵਿਦ, ਪਹਿਲਾਂ ਆਪਾਂ ਕੁਐਸਚਨ ਦੇਖਦੇ ਹਾਂ ਫਿਰ ਆਪਾਂ ਇਹਦੇ ਫੈਕਟ ਦੇਖਾਂਗੇ। ਤਾਂ ਸਿਵਲ ਡਿਸਓਬੀਡੀਐਂਸ ਇਹਦੇ ਨਾਲ ਵੀ ਹੈ ਨਹੀਂ, ਖਿਲਾਫਤ ਮੂਵਮੈਂਟ ਇਹ ਵੀ ਨਹੀਂ, ਨਾਨ ਕੋਆਪਰੇਸ਼ਨ ਮੂਵਮੈਂਟ ਇਹਦੇ ਨਾਲ ਵੀ ਨਹੀਂ, ਤਾਂ ਇਹਨਾਂ ਦਾ ਸੰਬੰਧ ਜੁੜਦਾ ਹੋਮ ਰੂਲ ਮੂਵਮੈਂਟ ਦੇ ਨਾਲ। ਤਾਂ ਹੁਣ ਕੀ ਹੋਮ ਰੂਲ ਮੂਵਮੈਂਟ ਆ ਜਿਹੜਾ ਵੀ ਕੀ ਐਨੀ ਬਿਸੈਂਟ ਨੇ ਹੀ ਚਲਾਇਆ? ਨਹੀਂ, ਹੋਮ ਰੂਲ ਮੂਵਮੈਂਟ ਨੂੰ ਚਲਾਇਆ ਸੀ ਇੱਕ ਤਾਂ ਚਲਾਇਆ ਸੀ ਬੀਜੀ ਤਿਲਕ ਨੇ। ਚਲਾਉਣ ਵਾਲੇ ਇੱਕ ਕੌਣ ਸੀ? ਬੀਜੀ ਤਿਲਕ, ਔਰ ਹੋਰ ਕੌਣ ਸੀਗੇ? ਇਹ ਖੁਦ ਸੀਗੇ ਇਹ ਐਨੀ ਬਿਸੈਂਟ। ਤਾਂ ਹੁਣ ਜੇ ਆਪਾਂ ਐਨੀ ਬਿਸੈਂਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਤਾਂ ਹਫ਼ਤਾਵਾਰੀ ਅਖਬਾਰ ਕੱਢਿਆ ਸੀਗਾ ਕਾਮਨ ਬੀਲ, ਇੱਕ ਇਹਨਾਂ ਨੇ ਲਿਖਿਆ ਸੀ ਨਿਊ ਇੰਡੀਆ, ਓਕੇ। ਪਰ ਜੇ ਆਪਾਂ ਤਿਲਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਰਾਠਾ ਤੇ ਕੇਸਰੀ, ਇਹਨਾਂ ਨੇ ਮਰਾਠਾ ਤੇ ਕੇਸਰੀ, ਤੇ ਐਨੀ ਬਿਸੈਂਟ ਨੇ ਇਹਨਾਂ ਨੇ ਕਾਮਨ ਬੀਲ, ਇਹ ਜਾਣੀ ਕਿ ਵੀਕਲੀ ਆ, ਜਾਣੀ ਕਿ ਹਫ਼ਤਾਵਾਰੀ ਆ, ਔਰ ਇੱਕ ਇਹਨਾਂ ਨੇ ਕੱਢਿਆ ਸੀ ਨਿਊ ਇੰਡੀਆ। ਤਾਂ ਇਹ ਤੁਸੀਂ ਧਿਆਨ ਦੇ ਵਿੱਚ ਪੁਆਇੰਟ ਆ ਜਿਹੜਾ ਇਹਨੂੰ ਰੱਖਣਾ, ਓਕੇ। ਤਾਂ ਜਿਹੜਾ ਇਹਦਾ ਕਾਮਨ ਬੀਲ ਸੀਗਾ ਤਾਂ ਇਹ ਤਾਂ ਇਹਨਾਂ ਨੇ 1914 ਦੇ ਵਿੱਚ ਮਤਲਬ ਕਿ ਸ਼ੁਰੂ ਕੀਤਾ ਸੀ, ਉਹਦੀ ਇਹਨਾਂ ਨੇ ਇਹਦੇ 'ਚ ਹੋਮ ਰੂਲ ਬਾਰੇ ਮਤਲਬ ਜ਼ਿਕਰ ਕਰਤਾ ਸੀਗਾ ਆਲਰੇਡੀ, ਠੀਕ ਆ। ਪਰ ਸ਼ੁਰੂ ਪਹਿਲਾਂ ਕੀਤੀ ਸੀ ਇਹ ਤਿਲਕ ਨੇ ਸ਼ੁਰੂ ਕਰਤੀ ਸੀ ਅਪ੍ਰੈਲ 1916 ਦੇ ਵਿੱਚ ਸ਼ੁਰੂ ਕਰਤੀ ਸੀ, ਠੀਕ ਆ। ਪਰ ਐਨੀ ਬਿਸੈਂਟ ਨੇ ਕਰੀ ਸੀਗੀ ਸੈਪਟੰਬਰ 1916, ਪਰ ਜੇਕਰ ਇਹਨਾਂ ਨੇ ਪਹਿਲਾਂ ਕਰਤਾ ਸੀਗਾ ਆਪਣੇ ਕਾਮਨ ਬੀਲ ਦੇ ਵਿੱਚ 1914 ਦੇ ਵਿੱਚ। ਤਾਂ ਆਹ ਤਾਂ ਤੁਹਾਨੂੰ ਦੋਨੋਂ ਹੋਮ ਰੂਲ ਦੇ ਬਾਰੇ ਕਲੀਅਰ ਹੋ ਗਿਆ। ਹੁਣ ਇੱਕ ਗੱਲ ਇਹ ਵੀ ਆ, ਚਾਹੇ ਬੀਜੀ ਤਿਲਕ ਸੀ ਚਾਹੇ ਐਨੀ ਬਿਸੈਂਟ ਸੀ, ਤਾਂ ਇਹ ਦੋਨੋਂ ਕੈਨੇਡਾ ਵਾਂਗੂ ਚਾਹੁੰਦੇ ਸੀਗੇ, ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਹੋਇਆ ਸੀ ਨਾ, ਵੀ ਬ੍ਰਿਟਿਸ਼ ਅੰਪਾਇਰ ਦੇ ਅਧੀਨ ਰਹਿ ਕੇ ਹੀ ਸਾਨੂੰ ਆਜ਼ਾਦੀ ਚਾਹੀਦੀ ਆ। ਮੰਗ ਦੋਨੋਂ ਸਵਰਾਜ ਦੀ ਕਰਦੇ ਆ, ਪਰ ਬ੍ਰਿਟਿਸ਼ ਅੰਪਾਇਰ ਦੇ ਅਧੀਨ ਰਹਿ ਕੇ ਭਾਲਦੇ ਆ ਦੋਨੋਂ। ਹੋਮ ਰੂਲ ਮੂਵਮੈਂਟ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਤਾਂ ਹੁਣ ਆਪਾਂ ਇਹਨਾਂ ਦੇ ਬਾਰੇ ਜਿਹੜੇ ਫੈਕਟ ਨੇ ਹੋਰ ਦੇਖ ਲਈਏ। ਤਾਂ ਜਿਹੜਾ ਤਾਂ ਸੀਗਾ ਬੀਜੀ ਤਿਲਕ ਦਾ, ਤਾਂ ਉਹਨਾਂ ਦੀਆਂ ਤਾਂ ਮਤਲਬ ਕਿ ਉਹਨਾਂ ਦਾ ਹੈੱਡਕੁਆਟਰ ਉਹਨਾਂ ਨੇ ਸ਼ੁਰੂ ਕਰੀ ਸੀ ਪੂਨੇ ਤੋਂ, ਬੀਜੀ ਤਿਲਕ ਨੇ ਸ਼ੁਰੂ ਕਰੀ ਸੀ ਪੂਨਾ ਤੋਂ, ਔਰ ਉਹਨਾਂ ਦੀਆਂ ਪੂਰੇ ਇੰਡੀਆ ਦੇ ਵਿੱਚ ਸਿਰਫ 6 ਬ੍ਰਾਂਚਾਂ ਨੇ। ਜਦੋਂ ਇਹਨਾਂ ਨੇ ਸ਼ੁਰੂ ਕੀਤੀ ਬਾਲ ਗੰਗਾਧਰ ਤਿਲਕ ਨੇ, ਬੀਜੀ, ਚਲੋ ਮੈਂ ਤਿਲਕ ਲਿਖਦਾ ਜਾਂ ਬੀਜੀ ਸਮਝ ਲਿਓ ਵੀ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਇਹਨਾਂ ਨੇ ਸ਼ੁਰੂ ਕਿੱਥੋਂ ਕਰੀ ਸੀ? ਪੂਨਾ, ਔਰ ਪੂਰੇ ਇੰਡੀਆ ਦੇ ਵਿੱਚ ਕਿੰਨੀਆਂ ਬ੍ਰਾਂਚਾਂ ਨੇ? ਸਿਰਫ 6। ਜੇ ਇਹਨਾਂ ਦੀਆਂ 6 ਬ੍ਰਾਂਚਾਂ ਨੇ ਤਾਂ ਬਾਕੀ ਪੂਰੇ ਇੰਡੀਆ ਦੇ ਵਿੱਚ ਐਨੀ ਵਾਲੀ ਜਿਹੜੀ ਸੀ ਸਭਾ ਆਹ ਮੂਵਮੈਂਟ ਸੀ ਉਹ ਚੱਲਦੀ ਸੀ। ਕਲੀਅਰ ਆ? ਤਾਂ ਇਹਨਾਂ ਦੇ ਵਿਚਾਲੇ ਏਰੀਆ ਦੋਨਾਂ ਦੇ ਵਿਚਾਲੇ ਵੰਡਿਆ ਹੋਇਆ ਸੀਗਾ। ਇੱਥੋਂ ਤੱਕ ਤੁਹਾਨੂੰ ਕਲੀਅਰ ਆ? ਬਾਕੀ ਜਿਹੜੇ ਐਨੀ ਬਿਸੈਂਟ ਸੀ ਉਹਨਾਂ ਦਾ ਹੈੱਡਕੁਆਟਰ ਕਿੱਥੇ ਸੀਗਾ? ਐਨੀ ਬਿਸੈਂਟ ਦਾ ਹੈੱਡਕੁਆਟਰ ਸੀਗਾ ਅੜਿਆਰ, ਇਹ ਮਤਲਬ ਕਿ ਮਦਰਾਸ ਦੇ ਨੇੜੇ ਆ, ਇਹਨਾਂ ਦਾ ਹੈੱਡਕੁਆਟਰ ਸੀਗਾ ਇੱਥੇ। ਤਾਂ ਆਹ ਤੁਹਾਨੂੰ ਦੋਨਾਂ ਦੇ ਪਹਿਲਾਂ ਅਖਬਾਰ ਕਲੀਅਰ ਹੋ ਗਏ, ਔਰ ਇਹਨਾਂ ਦੇ ਏਰੀਆ ਤੁਹਾਨੂੰ ਕਲੀਅਰ ਹੋ ਗਿਆ, ਓਕੇ। ਤਾਂ ਜਿਹੜੀ ਹੋਮ ਰੂਲ ਸੀ ਤਾਂ ਇਹਦਾ ਪਹਿਲਾ ਜਿਹੜਾ ਪ੍ਰਧਾਨ ਸੀਗਾ ਜੋਸਪ ਬਪਟਿਸਟਾ, ਓਕੇ, ਔਰ ਐਨਸੀ ਕੇਲਕਰ ਸੀਗਾ ਸੈਕਰੇਟਰੀ। ਔਰ ਜੇ ਆਪਾਂ ਗੱਲ ਕਰੀਏ ਐਨੀ ਵਾਲੀ, ਉਹਦੇ 'ਚ ਸੀਗੇ ਜਾਰਜ ਅਰੁੰਡਲੇ ਸੈਕਰੇਟਰੀ ਸੀਗੇ। ਹੁਣ ਜੇ ਆਪਾਂ ਤਿਲਕ ਦੀ ਗੱਲ ਕਰੀਏ ਵੀ ਤਿਲਕ ਵਾਲੇ ਏਰੀਏ 'ਚ ਕਿਹੜੇ ਕਿਹੜੇ ਆ ਜਾਂਦੇ ਆ? ਕਰਨਾਟਕ, ਮਹਾਰਾਸ਼ਟਰ ਦੇ ਵਿੱਚੋਂ ਇਕੱਲੇ ਬੰਬੇ ਨੂੰ ਛੱਡ ਕੇ, ਠੀਕ ਆ। ਮਤਲਬ ਤਿਲਕ ਦੇ ਕਰਨਾਟਕ, ਮਹਾਰਾਸ਼ਟਰ ਔਰ ਕੇਂਦਰੀ ਪ੍ਰਾਂਤ ਬਰੜ, ਬਾਕੀ ਸਾਰਾ ਇੰਡੀਆ ਐਨੀ ਬਿਸੈਂਟ ਦੇ ਮੂਵਮੈਂਟ ਦੇ ਵਿੱਚ ਆਉਂਦਾ ਸੀਗਾ। ਪਰ ਇਹ ਕਦੇ ਵੀ ਇਕੱਠੇ ਨਹੀਂ ਹੋਏ, ਕਿਉਂਕਿ ਐਨੀ ਬਿਸੈਂਟ ਦਾ ਕਹਿਣਾ ਸੀ ਵੀ ਜਿਹੜੇ ਮੇਰੇ ਸਪੋਰਟਰ ਨੇ ਉਹਨਾਂ ਨੂੰ ਤਿਲਕ ਪਸੰਦ ਨਹੀਂ, ਅਤੇ ਜਿਹੜੇ ਤਿਲਕ ਦੇ ਸਪੋਰਟਰ ਨੇ ਉਹਨਾਂ ਨੂੰ ਕੁਝ ਕੁ ਨੂੰ ਮੈਂ ਪਸੰਦ ਨਹੀਂ, ਓਕੇ। ਤਾਂ ਕਰਕੇ ਵੀ ਇਹਨਾਂ ਦੇ ਵਿਚਾਲੇ ਥੋੜ੍ਹਾ ਬਹੁਤਾ ਮਤਲਬ ਮਤਭੇਦ ਜਿਹਾ ਹੋਇਆ, ਪਰ ਇਹ ਨਹੀਂ ਹੈਗਾ ਵੀ ਅਲੱਗ ਅਲੱਗ ਹੀ ਕੰਮ ਕਰਦੇ ਸੀ, ਪਰ ਮਤਲਬ ਇਕੱਠੇ ਵੀ ਹੈ ਨਹੀਂ ਸੀ।
ਇਹਨਾਂ ਦੇ ਵਿਚਾਲੇ ਬਸ ਇੰਨੀ ਕੀ ਦੋਵਾਂ ਦੇ ਵਿਚਾਲੇ ਸੀ, ਦੋਨੋਂ ਮੰਗਦੇ ਸਵਰਾਜ ਨੂੰ ਹੀ ਮੰਗਦੇ ਸੀ ਅਤੇ ਪਰ ਬ੍ਰਿਟਿਸ਼ ਅੰਪਾਇਰ ਦੇ ਅਧੀਨ ਰਹਿ ਕੇ ਮੰਗਦੇ ਸੀ। ਦੋਨਾਂ ਦਾ ਚੱਕਰ ਇਹ ਸੀਗਾ। ਔਰ ਹੁਣ ਆਪਾਂ ਗੱਲ ਕਰਿਆ ਵੀ ਕਾਮਨ ਬਿੱਲ 1914 ਦੇ ਵਿੱਚ ਐਨੀ ਬਸੈਂਟ ਨੇ ਪਹਿਲਾਂ ਕਲੀਅਰ ਕਰਤਾ ਸੀਗਾ ਵੀ ਹੋਮ ਰੂਲ ਮੂਵਮੈਂਟ ਆ ਜਿਹੜੀ ਅੱਗੇ ਸ਼ੁਰੂ ਹੋਊਗੀ ਸਾਡੀ। ਤਾਂ ਇੱਥੋਂ ਤੱਕ ਕਲੀਅਰ ਆ। ਹੁਣ ਦੇਖੋ ਇੱਕ ਪੁਆਇੰਟ ਤੁਹਾਨੂੰ ਮੈਂ ਹੋਰ ਕਲੀਅਰ ਕਰਦਾ, ਜਿਹੜੇ ਤਿਲਕ ਦੇ ਸਪੋਰਟਰ ਨੇ, ਠੀਕ ਆ, ਮਤਲਬ ਕਿਉਂਕਿ ਕਾਂਗਰਸ ਵੀ ਇਹਨਾਂ ਨੂੰ ਵਿੱਚ ਸਪੋਰਟ ਕਰਦੀ ਸੀ ਨਾ। ਤਾਂ ਹੁਣ ਤੁਸੀਂ ਦੇਖੋ ਵੀ ਜਿਹੜੇ ਤਿਲਕ ਦੇ ਸਪੋਰਟਰ ਸੀ ਤਾਂ ਉਹਨਾਂ ਨੇ ਇੱਕ ਟ੍ਰੇਨ ਰਿਜ਼ਰਵ ਕਰ ਲਈ। ਇਹਨਾਂ ਨੇ ਆਪਦੇ ਲਈ ਕੀ ਕਰ ਲਈ, ਟ੍ਰੇਨ ਰਿਜ਼ਰਵ ਕਰ ਲਈ। ਤਾਂ ਇਹ ਜਿਹੜੀ ਟ੍ਰੇਨ ਫਿਰ ਇਹਨਾਂ ਨੇ ਰਿਜ਼ਰਵ ਕਰ ਲਈ, ਠੀਕ ਆ, ਲਖਨਊ 'ਚ, ਤਾਂ ਇਹਨੂੰ ਨਾਮ ਦਿੱਤਾ ਕਾਂਗਰਸ ਸਪੈਸ਼ਲ। ਤਾਂ ਹੁਣ ਤੁਸੀਂ ਇੱਥੇ ਕਨਫਿਊਜ਼ ਨਹੀਂ ਹੋਣਾ, ਇਹ ਕਾਂਗਰਸ ਸਪੈਸ਼ਲ ਕਿਹਦਾ ਨਾਮ ਆ, ਟ੍ਰੇਨ ਦਾ ਨਾਮ ਆ। ਕਿਹੜੀ ਦਾ, ਜਿਹੜੀ ਬੀਜੀ ਤਿਲਕ ਵਾਲੇ ਸਪੋਰਟਰਾਂ ਨੇ ਰਿਜ਼ਰਵ ਕਰੀ ਹੋਈ ਸੀਗੀ ਆਪਦੇ ਲਈ ਸਪੋਰਟਰਾਂ ਦੇ ਜਾਣ ਆਉਣ ਨੂੰ, ਤਾਂ ਉਹਨੂੰ ਨਾਮ ਦਿੱਤਾ ਕਾਂਗਰਸ ਸਪੈਸ਼ਲ, ਜਾਂ ਫਿਰ ਉਹਨੂੰ ਕੁਝ ਕੁ ਨੇ ਕਿਹਾ ਹੋਮ ਰੂਲ ਸਪੈਸ਼ਲ। ਇਹਦੇ ਦੋ ਨਾਮ ਦਿੱਤੇ ਗਏ, ਇਹ ਦੋਨੋਂ ਨਾਮ ਟ੍ਰੇਨ ਦੇ ਨੇ, ਹੋਮ ਰੂਲ ਸਪੈਸ਼ਲ। ਆਹ ਤੁਹਾਨੂੰ ਦੋਨੋਂ ਪੁਆਇੰਟ ਕਲੀਅਰ ਨੇ। ਇਹ ਤਿਲਕ ਵਾਲੇ ਸਪੋਰਟਰਾਂ ਦੀ ਗੱਲ ਕਰੀਏ ਆਪਾਂ। ਹੁਣ ਜੇ ਆਪਾਂ ਐਨੀ ਬਸੈਂਟ ਦੀ ਗੱਲ ਕਰੀਏ ਤਾਂ 1917 ਦੇ ਵਿੱਚ, ਹੁਣ ਐਨੀ ਬਸੈਂਟ ਦੇ ਬਾਰੇ ਇੱਕ ਪੁਆਇੰਟ ਆਪਾਂ ਹੋਰ ਕਰ ਲਈਏ। 1917 ਦੇ ਵਿੱਚ ਇਹ ਫਸਟ ਵੂਮਨ ਪ੍ਰੈਜ਼ੀਡੈਂਟ ਬਣਿਆ ਇੰਡੀਅਨ ਨੈਸ਼ਨਲ ਕਾਂਗਰਸ ਦੀ ਕਲਕੱਤਾ ਸੈਸ਼ਨ ਦੇ ਵਿੱਚ। ਨਾਲੇ ਤਾਂ ਤੁਹਾਨੂੰ ਕਾਂਗਰਸ ਦਾ ਸੈਸ਼ਨ ਪਤਾ ਲੱਗ ਗਿਆ ਵੀ 1917 ਦਾ ਕਲਕੱਤਾ ਸੈਸ਼ਨ, ਓਕੇ। ਤਾਂ ਫਸਟ ਵੂਮਨ ਪ੍ਰੈਜ਼ੀਡੈਂਟ, ਕਲੀਅਰ, ਐਨੀ ਬਸੈਂਟ। ਤਾਂ ਹੁਣ ਐਨੀ ਬਸੈਂਟ ਇੱਕ ਥਿਓਸੋਫੀਕਲ ਸੁਸਾਇਟੀ ਬਣੀ ਸੀ 1875 ਦੇ ਵਿੱਚ, ਠੀਕ ਆ। ਉਹ ਬਣਾਈ ਸੀ ਕੋਲੋਨਲ ਔਲਕੈਟ ਨੇ, ਔਰ ਉਹਨਾਂ ਦੇ ਨਾਲ ਇੱਕ ਹੋਰ ਵੀ ਬੰਦਾ ਸੀਗਾ। ਤਾਂ ਉਦੋਂ 1899 ਦੇ ਵਿੱਚ, ਯਾਨੀ ਕਿ 1889 ਦੇ ਵਿੱਚ ਉਹਦੀ ਮੈਂਬਰ ਬਣ ਗਈ ਸੀ ਐਨੀ ਬਸੈਂਟ। ਤਾਂ ਇਹ ਤੁਸੀਂ ਇਹਨਾਂ ਦੇ ਬਾਰੇ ਪੁਆਇੰਟ ਨੇ ਜਿਹੜੇ ਧਿਆਨ ਰੱਖਣੇ ਸੀ। ਇੱਕ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ, ਐਸ ਸੁਬਰਮਨੀਅਮ ਅਈਅਰ, ਇਹ ਵੀ ਐਨੀ ਬਸੈਂਟ ਦੀ ਲੀਗ ਹੋਮ ਰੂਲ ਦੇ ਨਾਲ ਰਿਲੇਟਡ ਪਰਸਨ ਨੇ। ਉਮੀਦ ਕਰਦਾ ਵੀ ਤੁਹਾਨੂੰ ਐਨੀ ਬਸੈਂਟ ਨੂੰ ਲੈ ਕੇ ਔਰ ਉਹਨਾਂ ਦੀ ਹੋਮ ਰੂਲ ਮੂਵਮੈਂਟ ਔਰ ਨਾਲ ਹੀ ਬਾਲ ਗੰਗਾਧਰ ਤਿਲਕ ਨੂੰ ਲੈ ਕੇ ਜਿਹੜੇ ਪੁਆਇੰਟ ਨੇ ਤੁਹਾਨੂੰ ਇਹ ਕਲੀਅਰ ਹੋ ਗਏ ਹੋਣਗੇ। ਅਗਰ ਫਿਰ ਵੀ ਕਿਸੇ ਕੁਐਸਚਨ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਵੀ ਡਾਊਟ ਰਹਿੰਦਾ ਤਾਂ ਤੁਸੀਂ ਉਹ ਕਮੈਂਟ ਕਰਕੇ ਬਾਅਦ ਦੇ ਵਿੱਚ ਦੱਸ ਸਕਦੇ ਹੋ, ਜਾਂ ਫਿਰ ਸਾਡਾ ਟੈਲੀਗ੍ਰਾਮ ਜੁਆਇਨ ਕਰ ਲਿਓ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਤਾਂ ਉਹਦੇ 'ਚ ਵੀ ਅਗਰ ਕਿਸੇ ਦਾ ਕੋਈ ਡਾਊਟ ਰਹਿੰਦਾ ਤਾਂ ਉਹ ਉੱਥੇ ਵੀ ਆਪਣਾ ਡਾਊਟ ਆ ਜਿਹੜਾ ਉਹ ਕਲੀਅਰ ਕਰ ਸਕਦੇ ਹੋ। ਅੱਗੇ ਦੇਖੋ, ਵੇਅਰ ਇਜ਼ ਫੋਨੈਕਸ ਫਾਰਮ, ਠੀਕ ਆ। ਤਾਂ ਇਹਦੇ 'ਚੋਂ ਆਪਾਂ ਗੱਲ ਕਰਨੀ ਆ ਵੀ ਫੋਨੈਕਸ ਫਾਰਮ ਆ ਜਿਹੜਾ, ਤੇ ਇਹ ਕਿੱਥੇ ਆ, ਜਗ੍ਹਾ ਦਾ ਨਾਮ। ਤਾਂ ਇੰਡੀਆ ਦੇ ਵਿੱਚ ਤਾਂ ਸ਼ਾਇਦ ਤੁਸੀਂ ਸੁਣਿਆ ਹੀ ਨਹੀਂ ਹੋਊਗਾ ਇਹ। ਤਾਂ ਆਪਾਂ ਇਹਦਾ ਜਿਹੜਾ ਆਨਸਰ ਆ ਉਹ ਹੈਗਾ ਡਰਬਨ। ਡਰਬਨ ਕਿੱਥੇ ਆ, ਸਾਊਥ ਅਫਰੀਕਾ ਦੇ ਵਿੱਚ ਆ। ਤਾਂ ਹੁਣ ਸਾਊਥ ਅਫਰੀਕਾ ਦੇ ਵਿੱਚ ਕੌਣ ਗਏ ਸੀ ਵਕਾਲਤ ਕਰਨ, ਮਹਾਤਮਾ ਗਾਂਧੀ ਜੀ। ਤਾਂ ਬਸ ਤੁਸੀਂ ਇੱਥੇ ਧਿਆਨ ਦੇ ਵਿੱਚ ਰੱਖਣਾ, ਡਰਬਨ ਕਿੱਥੇ, ਸਾਊਥ ਅਫਰੀਕਾ, ਕੌਣ ਗਏ ਸੀ, ਮਹਾਤਮਾ ਗਾਂਧੀ। ਤਾਂ ਹੁਣ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿਹਨਾਂ ਦੇ ਨਾਲ ਰਿਲੇਟ ਕਰਕੇ ਕਰ ਰਹੇ ਹਾਂ, ਇਹ ਆਪਾਂ ਗੱਲ ਕਰਾਂਗੇ ਹੁਣ ਮਹਾਤਮਾ ਗਾਂਧੀ ਜੀ ਬਾਰੇ। ਤਾਂ ਹੁਣ ਦੇਖੋ ਆਪਾਂ ਇਹਨਾਂ ਦੇ ਬਾਰੇ ਸਾਰੇ ਪੁਆਇੰਟਾਂ ਦੀ ਗੱਲ ਤਾਂ ਕਰਨੀ ਨਹੀਂ। ਸੱਤਿਆਗ੍ਰਹਿ ਕਿਹਨੇ ਚਲਾਏ ਸੀ, ਸੱਤਿਆਗ੍ਰਹਿ ਇਹ ਵੀ ਮਹਾਤਮਾ ਗਾਂਧੀ ਜੀ ਦੁਆਰਾ ਚਲਾਇਆ ਗਿਆ ਸੀ। ਤਾਂ ਇਹਨੂੰ ਉਹ ਕੀ ਕਹਿੰਦੇ ਸੀ, ਅਗਨੀ। ਦੇਖੋ ਮੈਂ ਇਹਨਾਂ ਨੂੰ ਤੁਹਾਨੂੰ ਇਹਨੇ ਜਨਮ ਬਾਰੇ ਤਾਂ ਬਾਹਲੀਆਂ ਡਿਟੇਲ ਸ਼ਾਇਦ ਨਹੀਂ ਕਰਵਾਉਣਾ, ਮੈਂ ਤਾਂ ਇੰਪੋਰਟੈਂਟ ਫੈਕਟ ਕਰਵਾਉਣੇ ਨੇ। ਸੱਤਿਆਗ੍ਰਹਿ ਨੂੰ ਕੀ ਕਹਿੰਦੇ ਸੀ, ਇਹ ਅਗਨੀਬਾਣ। ਤਾਂ ਇਹਨਾਂ ਦੀ ਸਭ ਤੋਂ ਜਿਹੜੀ ਪਹਿਲੀ ਆਪਸ਼ਨ ਹੁੰਦੀ ਸੀ, ਪਹਿਲੀ ਆਪਸ਼ਨ ਕੀ ਹੁੰਦੀ ਸੀ ਵੀ ਤੁਸੀਂ ਵਰਤ ਰੱਖੋ, ਫਾਸਟ ਮਤਲਬ ਕਿ ਵਰਤ ਕਰੋ। ਅਤੇ ਜਮਾਂ ਇਹਨਾਂ ਦੀ ਜਿਹੜੀ ਲਾਸਟ ਆਪਸ਼ਨ ਸੀ ਮਹਾਤਮਾ ਗਾਂਧੀ ਅਨੁਸਾਰ ਉਹ ਕੀ ਸੀ, ਸਟਰਾਈਕ। ਔਰ ਗਾਂਧੀ ਸੱਚ ਨੂੰ ਲੈ ਕੇ ਔਰ ਇੱਕ ਨੋਨ ਵਾਇਲੈਂਸ ਨੂੰ ਮਤਲਬ ਕਿ ਮੇਨ ਮੰਨਦੇ ਸੀ ਵੀ ਆਪਾਂ ਮਾਰ ਧਾੜ ਨਹੀਂ ਕਰਨੀ ਔਰ ਹਮੇਸ਼ਾ ਸੱਚ ਬੋਲਣਾ। ਤਾਂ ਆਹ ਤੁਹਾਨੂੰ ਕਲੀਅਰ ਆ, ਇਹ ਸੱਤਿਆਗ੍ਰਹਿ ਨੂੰ ਅਗਨੀਬਾਣ ਕਹਿੰਦੇ ਆ। ਅਤੇ ਇਹਨਾਂ ਦੀ ਪਹਿਲੀ ਸਭ ਤੋਂ ਕੀ ਹੁੰਦੀ ਸੀ, ਮਤਲਬ ਕਿਸੇ ਨੂੰ ਹਰਾਉਣ ਦੇ ਲਈ ਵਰਤ ਕਰੋ, ਲਾਸਟ ਸਟਰਾਈਕ ਕਰੋ। ਇੱਥੋਂ ਤੱਕ ਕਲੀਅਰ ਨੇ। ਬਾਕੀ 1894 ਦੇ ਵਿੱਚ, 1894 ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤੀ ਨਟਲ ਇੰਡੀਅਨ ਕਾਂਗਰਸ, ਠੀਕ ਆ। ਤਾਂ ਇਹ ਵੀ ਕਿੱਥੇ ਕੀਤੀ ਸੀਗੀ, ਸਾਊਥ ਅਫਰੀਕਾ ਦੇ ਵਿੱਚ ਹੀ। ਔਰ ਕਈ ਵਾਰੀ ਜੇਲ੍ਹ ਵੀ ਗਏ ਸੀ ਇਹ, ਠੀਕ ਆ, ਕਈ ਵਾਰੀ ਜੇਲ੍ਹ ਵੀ ਜਾ ਚੁੱਕੇ ਸੀ ਇਹਦੇ ਲਈ।
ਔਰ ਇੱਕ ਇਹਨਾਂ ਨੇ ਉੱਥੇ ਸ਼ੁਰੂ ਕੀਤਾ ਸੀ ਟੋਲ ਸਟੋਏ ਫਾਰਮ, ਠੀਕ ਆ। ਇੱਕ ਇਹਨਾਂ ਨੇ ਆਹ ਸ਼ੁਰੂ ਕੀਤਾ ਸੀਗਾ, ਔਰ ਇੱਕ ਉੱਥੇ ਇਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਮੈਗਜ਼ੀਨ ਸ਼ੁਰੂ ਕਰੀ ਸੀ ਇੰਡੀਅਨ ਓਪੀਨੀਅਨ। ਤਾਂ ਆਹ ਇੰਡੀਅਨ ਓਪੀਨੀਅਨ ਕਿੱਥੇ ਸ਼ੁਰੂ ਕਰਿਆ ਸੀ? ਇਹ ਵੀ ਸਾਊਥ ਅਫਰੀਕਾ ਦੇ ਵਿੱਚ ਹੀ ਸ਼ੁਰੂ ਕਰਿਆ ਸੀ, ਪਰ ਇਹਦੇ ਵਿੱਚ ਜਿਹੜੀਆਂ ਭਾਸ਼ਾ ਸੀਗੀਆਂ ਨਾ, ਭਾਸ਼ਾ ਧਿਆਨ ਦੇ ਵਿੱਚ ਰੱਖਣੀਆਂ, ਸ਼ੁਰੂ ਉੱਥੇ ਕਰਿਆ ਸੀ ਇੰਗਲਿਸ਼, ਗੁਜਰਾਤੀ, ਹਿੰਦੀ ਔਰ ਤਾਮਿਲ। ਆਹ ਭਾਸ਼ਾ ਦੇ ਵਿੱਚ ਇਹਨਾਂ ਨੇ ਇੰਡੀਅਨ ਓਪੀਨੀਅਨ ਸ਼ੁਰੂ ਕਰਿਆ ਸੀਗਾ ਇਹ ਵੀ, ਓਕੇ। ਤਾਂ ਇਸ ਤੋਂ ਬਾਅਦ ਦੇਖੋ ਫਿਨੈਕਸ ਫਾਰਮ ਸੀਗਾ ਜਿਹੜਾ, ਜਿਹਦੀ ਆਪਾਂ ਹੁਣੇ ਗੱਲ ਕਰ ਰਹੇ ਹਾਂ, ਇਹ ਸ਼ੁਰੂ ਕੀਤਾ ਸੀ ਇਹਨਾਂ ਨੇ ਦਸੰਬਰ 1904 ਦੇ ਵਿੱਚ, ਓਕੇ, ਡਰਬਨ। ਤਾਂ 2000 ਦੇ ਵਿੱਚ ਵੈਸੇ ਇਹਨੂੰ ਰੀਓਪਨ ਕਰਤਾ ਸੀਗਾ ਹੁਣ ਦੁਬਾਰੇ। ਔਰ ਆਪਾਂ ਹੁਣ ਇੱਕ ਗੱਲ ਕਰਨੀ ਆ ਵੀ ਮਹਾਤਮਾ ਗਾਂਧੀ ਜੀ ਨੂੰ ਆਪਾਂ ਬੈਰਿਸਟਰ ਕਹਿੰਦੇ ਆ, ਤਾਂ ਇਹਨਾਂ ਨੇ ਜਿਹੜੀ ਆਪਦੀ ਬੈਰਿਸਟਰੀ ਆ ਉਹ ਕਿੱਥੋਂ ਪਾਸ ਕਰੀ ਸੀ? ਇਹ ਇਹਨਾਂ ਨੇ ਕਰੀ ਸੀ ਲੰਡਨ ਤੋਂ। ਤਾਂ ਲੰਡਨ ਦੇ ਵਿੱਚ ਵੀ ਜਿੱਥੋਂ ਇਹਨਾਂ ਨੇ ਕੀਤੀ ਸੀ ਉਹ ਜਗ੍ਹਾ ਨੂੰ ਕੀ ਨਾਮ ਦੇ ਨਾਲ ਜਾਣਿਆ ਜਾਂਦਾ, ਉਹਦਾ ਤੁਸੀਂ ਕਮੈਂਟ ਕਰਕੇ ਆਨਸਰ ਜ਼ਰੂਰ ਦੇਣਾ, ਓਕੇ। ਬਾਕੀ ਜੇ ਹੁਣ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਹੋਇਆ ਸੀ, ਔਰ ਇਹਨਾਂ ਨੇ ਪ੍ਰਾਇਮਰੀ ਸਿੱਖਿਆ ਆਪਣੀ ਰਾਜਕੋਟ ਤੋਂ ਪੂਰੀ ਕੀਤੀ ਆ। ਵਿਆਹ ਇਹਨਾਂ ਦਾ ਕਸਤੂਰਬਾ ਗਾਂਧੀ ਨਾਲ ਹੋਇਆ ਸੀ 13 ਸਾਲ ਦੀ ਉਮਰ ਦੇ ਵਿੱਚ। ਆ ਇਹਨਾਂ ਦੇ ਬਾਰੇ ਬੇਸਿਕ ਪੁਆਇੰਟ ਸੀਗੇ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਸੀਗੇ। ਉਮੀਦ ਕਰਦਾ ਵੀ ਤੁਹਾਨੂੰ ਇੰਨੇ ਕੁ ਪੁਆਇੰਟ ਕਲੀਅਰ ਹੋ ਗਏ ਹੋਣਗੇ। ਅੱਗੇ ਦੇਖੋ, ਕਰਮਚੰਦ ਗਾਂਧੀ ਵਾਜ ਦੀਵਾਨ ਆਫ। ਤਾਂ ਦੀਵਾਨ ਕਿੱਥੋਂ ਦੇ ਸੀ? ਪੋਰਬੰਦਰ, ਰਾਜਕੋਟ, ਬੀਕਾਨੇਰ। ਤਾਂ ਇਹਦਾ ਜਿਹੜਾ ਆਨਸਰ ਆ, ਠੀਕ ਆ, ਤਾਂ ਮਤਲਬ ਇਹ ਸਾਰੇ ਹੀ ਆ ਜਾਣਗੇ। ਤਾਂ ਉਹ ਸਭ ਦੇ ਕੀ ਸੀਗੇ, ਤਾਂ ਕਰਕੇ ਇਹਨਾਂ ਨੂੰ ਕੀ ਇੱਕ ਹੋਰ ਨਾਮ ਦਿੱਤਾ ਜਾਂਦਾ ਸੀ, ਕੱਬਾ ਗਾਂਧੀ, ਠੀਕ ਆ। ਆਹ ਤੁਸੀਂ ਫੈਕਟ ਸੀਗੇ ਜਿਹੜੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਸੀ। ਤਾਂ ਦੇਖੋ ਬੱਚੇ, ਤੁਹਾਡੇ ਲਈ ਕੁਐਸਚਨ ਤਾਂ ਮਤਲਬ ਕਿ ਹੋਰ ਵੀ ਕਾਫੀ ਸੀਗੇ, ਤਾਂ ਇਹ ਆਪਾਂ 1 ਜਾਂ 2 ਵੀਡੀਓ ਦੇ ਵਿੱਚ ਹੋਰ ਐਵੇਂ ਸਾਰੇ ਕੁਐਸਚਨ ਨੇ ਜਿਹੜੇ ਕਵਰ ਕਰ ਲੈਣੇ ਆ। ਤਾਂ ਅੱਜ ਆਪਾਂ ਸਿਰਫ ਇੰਨੇ ਕੁ ਕੁਐਸਚਨ ਕਰਾਂਗੇ, ਤਾਂ ਉਹ ਵੀ ਜਿਹੜੇ ਅੱਗੇ ਕੁਐਸਚਨ ਨੇ, ਤਾਂ ਇੱਕ ਕੁਐਸਚਨ ਦੇ ਵਿੱਚੋਂ ਜਿੰਨੇ ਉਹਨਾਂ ਦੀ ਡਿਟੇਲਸ ਹੈ, ਤਾਂ ਜੋ ਵੀ ਕੁਝ ਬਣਦਾ ਹੋਊਗਾ ਉਹ ਤੁਹਾਨੂੰ ਕਰਵਾਇਆ ਜਾਊਗਾ ਵੀ ਉਹਦੇ ਨਾਲ, ਜਾਂ ਫਿਰ ਉਹ ਟੌਪਿਕ ਦੇ ਰਿਲੇਟ ਕਰਦਾ ਕੁਛ, ਜਾਂ ਉਹ ਟੌਪਿਕ ਦਾ ਕੋਈ ਚੀਜ਼ ਤੁਹਾਡੀ ਸਕਿਪ ਨਾ ਹੋਵੇ, ਤੁਹਾਨੂੰ ਕ੍ਰਿਸਟਲ ਕਲੀਅਰ ਕਰਵਾਇਆ ਜਾਵੇ। ਐ ਨਹੀਂ ਹੈਗਾ ਵੀ ਆਪਾਂ ਹਾਂ ਇਕੱਲੇ ਤੁਹਾਨੂੰ ਕੁਐਸਚਨ ਦਿਖਾ ਕੇ ਆਪਸ਼ਨ ਕਰੈਕਟ ਕਿਹੜੀ ਆ ਬਸ ਦੱਸ ਕੇ ਆਪਾਂ ਤੁਹਾਨੂੰ ਉੱਥੋਂ ਟਪਾ ਦਈਏ ਉਹਦੇ ਉੱਪਰ ਦੀ। ਨਹੀਂ ਬੱਚੇ, ਆਪਾਂ ਕਲੀਅਰ ਕਰਨਾ ਵੀ ਪੇਪਰ ਦੇ ਵਿੱਚ ਤੁਹਾਡਾ ਕੋਈ ਕੁਐਸਚਨ ਆ ਜਿਹੜਾ ਉਹ ਸਕਿਪ ਨਾ ਹੋਵੇ, ਠੀਕ ਆ। ਤਾਂ ਅਗਲੀ ਵੀਡੀਓ ਦੇ ਵਿੱਚ ਵੀ ਆਪਾਂ ਇਹਨਾਂ ਦੇ ਕੁਐਸਚਨ ਨੇ ਜਿਹੜੇ ਤਕਰੀਬਨ ਕੋਸ਼ਿਸ਼ ਕਰਾਂਗੇ ਵੀ ਥੋੜ੍ਹੀ ਜਿਹੀ ਲੰਬੀ ਰੱਖ ਲਈਏ ਤੇ ਸਾਰੀ ਹੋ ਜੇ, ਪਰ ਲੰਬੀ ਵੀਡੀਓ ਨੂੰ ਬੱਚਿਆਂ ਨੂੰ ਵੀ ਦੇਖਣ ਦੇ ਵਿੱਚ ਕਾਫੀ ਫਿਰ ਸਮੱਸਿਆ ਆ ਜਾਂਦੀ ਆ, ਕਿਉਂਕਿ ਹਿਸਟਰੀ ਆ ਕਾਫੀ ਲੰਬਾ ਟਾਈਮ 'ਤੇ ਫਿਰ ਬੋਰ ਕਰ ਦਿੰਦੀ ਆ। ਤਾਂ ਉਮੀਦ ਕਰਦਾ ਵੀ ਤੁਹਾਨੂੰ ਜਿੰਨੇ ਕੁ ਆਪਾਂ ਕੀਤੇ ਨੇ, ਮੈਂ ਬੜੇ ਆਸਾਨ ਸ਼ਬਦਾਂ ਦੇ ਵਿੱਚ ਆਸਾਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਬਾਕੀ ਜਿਨ੍ਹਾਂ ਨੇ ਵੀ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਆ ਵੀ ਉਹ ਸਬਸਕ੍ਰਾਈਬ ਕਰ ਲਿਓ। ਔਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ PDF ਚਾਹੀਦੀ ਹੁੰਦੀ ਆ, ਜਾਂ MCQ ਨੇ ਹੋਰ ਟੈਲੀਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਆ, ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰੋ। ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਅਗੇਨ ਸਬਸਕ੍ਰਾਈਬ ਆਵਰ ਚੈਨਲ ਐਂਡ ਸ਼ੇਅਰ ਵਿਦ ਯੂਅਰ ਫਰੈਂਡਸ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ।